ਵੱਡਾ ਭਰਾ ਸਬਜ਼ੀ ਦੀ ਰੇਹੜੀ ਲਾਂਦਾ ਸੀ। ਉਹਨੂੰ ਉਹਦੇ ਯਾਰ ਨੇ ਮਸ਼ਵਰਾ ਦਿੱਤਾ ਕਿ ਤੂੰ ਆਪਣੇ ਭਰਾ ਨੂੰ ਸੁਜ਼ੂਕੀ ਲੈ ਦੇ, ਮੈਂ ਤੁਹਾਨੂੰ ਲਿੰਕ ਦਿਆਂਗਾ ਕੁੜੀਆਂ ਨੂੰ ਕਾਲਜ ਚ ਲਿਆਵਣ ਤੇ ਖੜਨ ਵਾਲਾ। ਉਸ ਤੋਂ ਬਾਅਦ ਸਵੇਰ ਦੇ ਟਾਈਮ ਤੇ ਜਾ ਕੇ ਸਬਜ਼ੀ ਲੈਵੇ ਕਰੇ, ਚੰਗੀ ਭਲੀ ਉਹਦੇ ਚ ਵੀ ਪ੍ਰੋਫਿਟ ਹੈ। ਗੱਲ ਉਹਨੂੰ ਬੜੀ ਪਸੰਦ ਆਈ। ਉਹਨੇ ਕਰਜ਼ਾ ਚੁੱਕ ਕੇ ਨਿੱਕੇ ਭਰਾਵਾ ਤੇ ਸੁਜ਼ੂਕੀ ਲੈ ਲਈ, ਲਿਆ ਕੇ ਚਾਬੀ ਨਿੱਕੇ ਭਰਾ ਨੂੰ ਦਿੱਤੀ, ਨਾਲ ਆਖਿਆ ਕਿ ਭਾਈ ਮੈਂ ਕਰਜ਼ਾ ਚੁੱਕ ਕੇ ਤੈਨੂੰ ਸੁਜ਼ੂਕੀ ਲੈ ਕੇ ਦਿੱਤੀ ਹੈ, ਮਿਹਰਬਾਨੀ ਕਰਕੇ ਇਮਾਨਦਾਰੀ ਨਾਲ ਕੰਮ ਕਰੀ। ਉਹਨੇ ਕਿਹਾ ਪਾ ਤੈਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਜਵਾਨ ਨੇ ਜਾ ਕੇ ਕੁੜੀਆਂ ਨੂੰ ਕਾਲਜ ਚੁੱਕਣਾ ਨਾਲੇ ਛੱਡਣਾ ਬੜਾ ਉਹਨੂੰ ਕੰਮ ਪਸੰਦ ਆਇਆ। ਕੁੜੀਆਂ ਨੂੰ ਬੜੀਆਂ ਲਿਫਟ ਕਰਾਉਂਦੀਆਂ ਸੀ। ਹੋਰ ਛੱਡ ਕੇ ਕੁੜੀ ਉਹਦੇ ਨਾਲ ਅੱਗੇ ਬਹਿੰਦੀ ਸੀ, ਬੜੇ ਉਹਦੇ ਕੋਲ ਗਾਣੇ ਸ਼ਾਣੇ ਲਵਾਉਂਦੀ ਸੀ, ਬੜੀ ਫਰੀ ਹੋ ਕੇ ਉਹਦੇ ਨਾਲ ਗੱਪਾਂ ਲਾਉਂਦੀ ਸੀ, ਕੋਈ ਨਾ ਕੋਈ ਉਹਦੇ ਵਾਸਤੇ ਖਾਣ ਵਾਲੀ ਚੀਜ਼ ਲੈ ਆਉਂਦੀ ਸੀ। ਜਵਾਨ ਉਹਦੇ ਨਾਲ ਚੰਗਾ ਭਲਾ ਸੈੱਟ ਹੋ ਗਿਆ ਸੀ। ਜਵਾਨ ਨੇ ਕੰਮ ਸ਼ੁਰੂ ਕਰਦੇ ਸੀ, ਆਪਣੇ ਕੱਪੜੇ ਜਿਹੜੇ ਧੋਬੀ ਕੋਲ ਧੋਂਦਾ ਸੀ, ਰੋਜ਼ਾਨਾ ਕਾਟਨ ਦਾ ਸੂਟ ਪਾ ਕੇ ਸੁਜ਼ੂਕੀ 'ਚ ਬਹਿੰਦਾ ਸੀ। ਉਹ ਜਿਸ ਵੇਲੇ ਵੱਡੇ ਭਰਾ ਨੇ ਦੇਖਿਆ ਇਹਨੇ ਕਿਹੜਾ ਕੰਮ ਸ਼ੁਰੂ ਕਰ ਦਿਆ, ਉਹਨੇ ਆਖਿਆ ਗੱਲ ਸੁਣ, ਤੂੰ ਰੋਜ਼ਾਨਾ ਜਾ ਕੇ ਧੋਬੀ ਕੋਲ ਕੱਪੜੇ ਧੋਣੇ, ਮੇਰਾ ਯਾਰ ਵੀ ਤਾਂ ਸੁਜ਼ੂਕੀ ਚਲਾਉਂਦਾ, ਉਹ ਤੇ ਕੋਈ ਨਹੀਂ ਇਸ ਤਰ੍ਹਾਂ ਨਵੇਂ ਕੱਪੜੇ ਪਾਉਂਦਾ। ਨਹੀਂ ਭਾਈ ਮੈਂ ਕੁੜੀਆਂ ਨੂੰ ਛੱਡਣ ਜਾਣਾ, ਮੇਰੇ ਕੋਲ ਸਮੈਲ ਆਉਂਦੀ। ਉਹਨੇ ਕਿਹਾ ਗੱਲ ਸੁਣ, ਜੇ ਤੂੰ ਇਹ ਕੰਮ ਰੱਖਿਆ ਤੇ ਮੈਂ ਸੁਜ਼ੂਕੀ ਵੇਚ ਦੇਣੀ। ਉਹਨੇ ਕਿਹਾ ਨਹੀਂ ਭਾਈ ਅੱਜ ਤੋਂ ਬਾਅਦ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਲੇਕਿਨ ਨੌਜਵਾਨ ਇੰਜ ਕਰਦਾ ਸੀ, ਕੁੜੀ ਨੂੰ ਲੈ ਜਾਂਦਾ, ਜਾ ਕੇ ਕਿਹਨੂੰ ਫਲੂਦਾ ਖਵਾਤਾ, ਕਿਹਨੂੰ ਸਮੋਸੇ ਚਾਟ ਖਵਾਦੀ ਸੀ, ਉਹਦੇ ਤੇ ਪੈਸੇ ਲਾਂਦਾ ਰਹਿੰਦਾ ਸੀ। ਵੱਡਾ ਭਰਾ ਕਹਿੰਦਾ ਕਿ ਸੁਜ਼ੂਕੀ ਜੋ ਪੈਸੇ ਤੇ ਸਾਨੂੰ ਬਚਦੇ ਕੋਈ ਨਹੀਂ ਪਏ। ਨਹੀਂ ਭਾਈ ਮੈਂ ਗੱਡੀ ਦਾ ਕੰਮ ਕਰਾ ਲਿਆ, ਗੱਡੀ 'ਚ ਪੈਟਰੋਲ ਪਵਾ ਲਿਆ, ਕੋਈ ਨਾ ਕੋਈ ਬਹਾਨੇ ਲਾਂਦਾ ਰਹਿੰਦਾ ਸੀ। ਉਹਨੇ ਕਿਹਾ ਯਾਰ ਬੱਚਤ ਨਾ ਹੋਵੇ ਤੇ ਫਿਰ ਸੁਜ਼ੂਕੀ ਰੱਖਣ ਦਾ ਫਾਇਦਾ ਕੀ। ਇੱਕ ਦਿਨ ਜਿਹੜਾ ਵੱਡੇ ਭਰਾ ਨੇ ਦੇਖਿਆ ਕਿ ਅੰਦਰ ਕਮਰੇ 'ਚ ਲੰਮਾ ਪਿਆ ਤੇ ਕਿਸੇ ਨਾਲ ਗੱਲਾਂ ਪਿਆ ਕਰਦਾ, ਜਿਸੇ ਲੈਟ ਪਾਲੀ ਤੇ ਉਹਨੇ ਫੋਨ ਕਰਨ ਨਾਲ ਲਾਇਆ। ਉਹਨੇ ਕਿਹਾ ਕਿਹਦੇ ਨਾਲ ਗੱਲ ਪਿਆ ਕਰਨੇ? ਭਾਈ ਮੈਂ ਆਪਣੇ ਯਾਰ ਨਾਲ। ਉਹਨੇ ਕਿਹਾ ਯਾਰ ਅੱਧੀ ਰਾਤੀ ਤੇਰਾ ਕਿਹੜਾ ਜਾਗਦਾ ਪਿਆ ਜਿਹੜਾ ਹਨੇਰੇ 'ਚ ਉਹਦੇ ਨਾਲ ਗੱਲ ਪਿਆ ਕਰਨੇ? ਉਹਦਾ ਫੋਨ ਦੇ ਹਾਂ ਮੈਨੂੰ, ਮੈਂ ਉਹਦੇ ਨਾਲ ਗੱਲ ਕਰਾਂ। ਜਿਸ ਵੇਲੇ ਉਹਨੇ ਫੋਨ ਫੜਿਆ ਤੇ ਅੱਗੂ ਉਹਨੇ ਕਾਲ ਮਲਾਈ ਤੇ ਅੱਗੂ ਕਾਲ ਉਹਨੇ ਚੁੱਕੀ ਕੋਨਾ। ਕਹਿੰਦਾ ਕੌਣ ਹੀ? ਕਹਿੰਦਾ ਨਹੀਂ ਭਾਈ ਮੇਰਾ ਯਾਰ ਆ, ਤੁਹਾਡੇ ਤੋਂ ਡਰ ਗਿਆ ਹੋਣਾ। ਉਹਨੇ ਕਿਹਾ ਪਰ ਲੈ ਕੰਮ ਨਾ ਕਰਿਆ ਕਰ ਅੱਧੀ ਰਾਤੀ ਫੋਨ ਕਰਨ ਵਾਲਾ। ਪਰ ਕਰਦਿਆ ਕਰਾ ਉਸ ਕੁੜੀ ਨਾਲ ਬਹੁਤ ਜ਼ਿਆਦਾ ਅਟੈਚ ਹੋ ਗਿਆ, ਉਸ ਕੁੜੀ ਨੂੰ ਵੀ ਇਹਦੇ ਨਾਲ ਪਿਆਰ ਹੋ ਗਿਆ ਸੀ। ਮੁੰਡੇ ਨੇ ਆਪਣੀ ਅੰਮਾ ਨੂੰ ਆਖਿਆ ਕਿ ਅੰਮਾ ਇਸ ਤਰ੍ਹਾਂ ਕੁੜੀ ਹੈ ਜਿਹੜੀ ਕਾਲਜ ਪੜ੍ਹਦੀ ਹੈ ਤੇ ਮੈਨੂੰ ਬੜੀ ਪਸੰਦ ਹੈ, ਉਹਦੀ ਸਾਰੀ ਫੈਮਿਲੀ ਬਾਹਰ ਦੇ ਮੁਲਕ ਹੁੰਦੀ ਹੈ, ਸਿਰਫ ਉਹਦੀ ਅੰਮਾ ਹੀ ਇੱਥੇ ਪਾਕਿਸਤਾਨ ਹੈ, ਤੁਸੀਂ ਜਾ ਕੇ ਮੇਰੇ ਰਿਸ਼ਤੇ ਦੀ ਉਹਨਾਂ ਨਾਲ ਗੱਲ ਕਰੋ। ਅੰਮਾ ਨੇ ਆਖਿਆ ਪੁੱਤਰ ਅਸੀਂ ਕਿਸ ਤਰ੍ਹਾਂ ਜਾ ਕੇ ਗੱਲ ਕਰੀਏ, ਅਸੀਂ ਮਾੜੇ ਬੰਦੇ ਆ, ਹੋ ਸਕਦਾ ਉਹ ਸਾਡਾ ਰਿਸ਼ਤਾ ਨਾ ਕਬੂਲ ਕਰਨ, ਮੈਂ ਪਸੰਦ ਕਰਨਗੇ, ਤੁਸੀਂ ਇੱਕ ਵਾਰੀ ਜਾਓ ਤੇ ਸਹੀ। ਜਿਸੇ ਵੱਡੇ ਭਰਾ ਨੂੰ ਪਤਾ ਲੱਗਾ ਉਹਦਾ ਦਿਲ ਨਰਮ ਹੋ ਗਿਆ, ਚਲੋ ਮੇਰਾ ਭਰਾ ਹੋ ਸਕਦਾ ਬਾਹਰ ਟੁਰ ਜਾਏ, ਜੇ ਬਾਹਰ ਦਾ ਰਿਸ਼ਤਾ ਹੈ ਨਾਲੇ ਕੁੜੀ ਨੂੰ ਪਸੰਦ ਕਰਦੇ। ਉਹਨੇ ਕਿਹਾ ਅੰਮਾ ਠੀਕ ਹੈ ਅਸੀਂ ਚੱਲਨੇ ਆ, ਜਾ ਕੇ ਗੱਲ ਕਰ ਲੈਂਦੇ ਆ, ਹੋ ਸਕਦਾ ਕੋਈ ਸੈਟਿੰਗ ਹੋ ਜੇ। ਉਹਨੇ ਜਨਾਬ ਜਾ ਕੇ ਜਿਸ ਵੇਲੇ ਉਹਨਾਂ ਦੇ ਘਰ ਗਏ, ਉਹ ਤਾਕੇ ਹੈਰਾਨ ਪਰੇਸ਼ਾਨ ਹੋ ਗਏ ਵੀ ਤੁਸੀਂ ਕੌਣ ਹੋ? ਹੱਥ 'ਚ ਮਠਿਆਈ ਸ਼ਾਈ ਫੜੀ, ਫਰੂਟ ਫੜਿਆ। ਉਹਨਾਂ ਕਿਹਾ ਜੀ ਗੱਲ ਸੁਣੋ ਅਸੀਂ ਤੁਹਾਡੇ ਨਾਲ ਰਿਸ਼ਤੇ ਦੀ ਗੱਲ ਕਰਨਾ। ਕਿਹਾ ਕਿਹੜੇ ਰਿਸ਼ਤੇ ਆ? ਤੁਹਾਡੀ ਕੁੜੀ ਦੇ ਰਿਸ਼ਤੇ ਦੀ। ਉਹਨਾਂ ਕਿਹਾ ਤੁਸੀਂ ਤਾਂ ਸਾਨੂੰ ਦੱਸਿਆ ਨਾ, ਕੋਈ ਤਲਾਹ ਪਹੁੰਚਾਈ, ਤੁਸੀਂ ਕਿਸ ਤਰ੍ਹਾਂ ਸਾਡੇ ਘਰ ਆ ਗਏ ਹੋ? ਇਹ ਤੁਹਾਡੀ ਕੁੜੀ ਵੀ ਸਾਡੇ ਮੁੰਡੇ ਨੂੰ ਪਸੰਦ ਕਰਦੀ ਹੈ, ਇਸ ਵਾਸਤੇ ਜਿਹੜਾ ਅਸੀਂ ਤੁਹਾਡੇ ਘਰ ਆਏ ਆ। ਉਹਨਾਂ ਕਿਹਾ ਸਾਡੀ ਕੁੜੀ ਪਸੰਦ ਹੈ ਬਿਲਕੁਲ ਹੈ, ਸੁਜ਼ੂਕੀ ਚਲਾਉਂਦਾ। ਉਹਨੇ ਕਿਹਾ ਤੁਸੀਂ ਤੱਕੋ ਅਸੀਂ ਕਿਸ ਤਰ੍ਹਾਂ ਰਹਿੰਦੇ ਆ ਜਾਂ ਤੁਹਾਡਾ ਕਿਹੜਾ ਖਾਨਦਾਨ ਹੈ, ਇਸ ਵਾਸਤੇ ਅਸੀਂ ਆਪਣੀ ਕੁੜੀ ਦਾ ਰਿਸ਼ਤਾ ਕਿਸ ਤਰ੍ਹਾਂ ਤੁਹਾਨੂੰ ਦੇ ਦਿਆ। ਨਹੀਂ ਤੁਸੀਂ ਕੁੜੀ ਨਾਲ ਗੱਲ ਕਰੋ। ਕੁੜੀ ਵੀ ਉੱਤੋਂ ਆ ਗਈ। ਉਹਨੇ ਕਿਹਾ ਨਹੀਂ ਅੰਮਾ ਜੀ ਮੈਨੂੰ ਪਸੰਦ ਹੈ, ਇਸ ਵਾਸਤੇ ਮੈਂ ਇਹਦੇ ਨਾਲ ਹੀ ਸ਼ਾਦੀ ਕਰਨੀ ਹੈ। ਅੰਮਾ ਉਸ ਟਾਈਮ ਚੁੱਪ ਕਰ ਗਈ। ਮੈਂ ਬੱਚਿਆਂ ਨਾਲ ਸਲਾਹ ਕਰਕੇ ਫੇਰ ਦੱਸਾਂਗੀ। ਜਿਸ ਵੇਲੇ ਬੱਚਿਆਂ ਨਾਲ ਸਲਾਹ ਕੀਤੀ ਉਹਨਾਂ ਨੂੰ ਪਤਾ ਲੱਗਾ ਕਿ ਮੁੰਡਾ ਸੁਜ਼ੂਕੀ ਚਲਾਉਂਦਾ, ਸਾਡੀ ਭੈਣ ਜਿਹੜੀ ਉਹਦੇ ਨਾਲ ਇਸ਼ਕ ਲੜਾਉਂਦੀ ਫਿਰਦੀ, ਉਹਨਾਂ ਨੂੰ ਬੜਾ ਗੁੱਸਾ ਲੱਗਾ। ਉਹਨਾਂ ਕਿਹਾ ਅੰਮਾ ਇੰਜ ਕਰੋ ਇਹਦੀ ਟਿਕਟ ਕਰਾਓ ਤੇ ਇਹਨੂੰ ਵਾਪਸ ਇੱਥੇ ਬਾਹਰ ਟੋਰੋ। ਕੁੜੀ ਨੂੰ ਪਤਾ ਲੱਗਾ, ਕੁੜੀ ਨੇ ਆਖਿਆ ਮੈਂ ਬਾਹਰ ਸ਼ਹਿਰ ਕੋਈ ਨਹੀਂ ਜਾਣਾ, ਜੇ ਤੁਸੀਂ ਮੇਰੀ ਉਹਦੇ ਨਾਲ ਸ਼ਾਦੀ ਨਾ ਕਰਾਈ ਤੇ ਮੈਂ ਨੱਸ ਕੇ ਜਾ ਕੇ ਉਹਦੇ ਨਾਲ ਸ਼ਾਦੀ ਕਰ ਲੈਣੀ। ਭਰਾਵਾਂ ਨੇ ਸੋਚਿਆ ਕਿ ਸਾਡੀ ਬੇਇੱਜ਼ਤੀ ਨਾ ਹੋ ਜਾਏ। ਉਹਨਾਂ ਕਿਹਾ ਅੰਮਾ ਠੀਕ ਹੈ ਤੁਸੀਂ ਹਾਂ ਕਰ ਦਿਓ, ਤਾਰੀਫ ਪੱਕੀ ਕਰ ਦਿਓ, ਜਦੋਂ ਤੁਸੀਂ ਆਖੋਗੇ ਅਸੀਂ ਪਾਕਿਸਤਾਨ ਆ ਜਾਵਾਂਗੇ। ਅੰਮਾ ਨੇ ਜਾ ਕੇ ਗੱਲ ਕੀਤੀ, ਨਾਲ ਉਹਨਾਂ ਦੇ ਕੰਨ ਵੀ ਖੋਲੇ ਕਿ ਗੱਲ ਸੁਣੋ ਤੁਸੀਂ ਕੁੜੀ ਨੂੰ ਨਾਲੇ ਤੇ ਜ਼ੇਵਰ ਪਾਣਾ, ਨਾਲੇ ਅਸਾਂ ਸ਼ਾਦੀ ਕਰਨੀ ਹੈ, ਧੂਮ ਧਾਮ ਨਾਲ ਤੁਹਾਨੂੰ ਖਰਚਾ ਕਰਨਾ ਪੈਣਾ ਹੈ। ਭਰਾ ਨੇ ਵੱਡੇ ਨੇ ਸੋਚਿਆ ਚਲੋ ਕੋਈ ਨਹੀਂ ਮਸਲਾ, ਭਰਾ ਮੇਰਾ ਬਾਹਰ ਟੁਰਜੇਗਾ, ਜਾ ਕੇ ਤੂੰ ਪੈਸੇ ਟੋਰੇਗਾ, ਅਸੀਂ ਕਰਜ਼ਾ ਲਾ ਲਾਂਗੇ। ਉਹਨਾਂ ਕਿਹਾ ਜੀ ਠੀਕ ਹੈ ਜਿਸ ਤਰ੍ਹਾਂ ਤੁਸੀਂ ਆਖੋਗੇ ਅਸੀਂ ਉਸ ਤਰ੍ਹਾਂ ਸ਼ਾਦੀ ਕਰਨ ਨੂੰ ਤਿਆਰ ਹਾਂ। ਉਹਨਾਂ ਜਨਾਬ ਭਰਾ ਵੀ ਆ ਗਏ, ਉਹਨਾਂ ਜ਼ੇਵਰ ਸ਼ੇਵਰ ਜਿਹੜਾ ਸੁਜ਼ੂਕੀ ਵੇਚ ਕੇ ਜ਼ੇਵਰ ਵਗੈਰਾ ਬਣਵਾ ਕੇ ਉਹਨਾਂ ਦਿੱਤਾ। ਸ਼ਾਦੀ ਪੂਰੀ ਧੂਮ ਧਾਮ ਨਾਲ ਹੋ ਗਈ। ਅੱਗੋਂ ਕੁੜੀ ਵਾਲੇ ਦਿਨ ਕਿ ਮੁੰਡਾ ਜਿਹੜਾ ਸਾਡੀ ਕੋਠੀ 'ਚ ਆ ਕੇ ਰਹੇਗਾ, ਉੱਥੇ ਆਪਣੇ ਘਰ ਨਹੀਂ ਰਹਿ ਲਿਆ। ਵੱਡੇ ਭਰਾ ਨੇ ਆਖਿਆ ਠੀਕ ਹੈ ਸਾਨੂੰ ਕੋਈ ਮਸਲਾ ਨਹੀਂ। ਨਿੱਕਾ ਭਰਾ ਜਾ ਕੇ ਉੱਥੇ ਕੋਠੀ 'ਚ ਰਹਿਣ ਲੱਗ ਪਿਆ। ਘਰ ਆਪਣੇ ਆਉਂਦੇ ਹੀ ਕੋਲ ਸੀ, ਉੱਥੇ ਕਾਰ ਖਲੋਤੀ ਸੀ, ਪੂਰੀ ਚੱਸ ਲੈਣ ਲੱਗ ਪਿਆ ਆ, ਜੇ ਨਹੀਂ ਕਿ ਉਹਨਾਂ ਦਾ ਨੌਕਰ ਬਣ ਕੇ ਰਹਿਣ ਲੱਗ ਪਿਆ ਸੀ। ਉਹਨਾਂ ਨੇ ਫਿਰ ਆਖਿਆ ਚਲੋ ਜੀ ਅਸੀਂ ਮੁੰਡੇ ਨੂੰ ਜਿਹੜਾ ਪੇਪਰ ਅਪਲਾਈ ਕਰਕੇ ਉੱਥੇ ਬਾਹਰ ਲੈ ਜਾਵਾਂਗੇ। ਮੁੰਡੇ ਦੇ ਜਿਸੇ ਪੇਪਰ ਅਪਲਾਈ ਕੀਤੇ ਉਹਨੇ ਘਰ ਦੱਸਿਆ ਵੀ ਕੋਨਾ ਤੇ ਉਹ ਜਨਾਬ ਫਲੈਟ ਲੈ ਕੇ ਤੇ ਆਪਣੇ ਬਾਹਰ ਟੁਰ ਗਿਆ। ਉਹ ਜਿਸ ਵੇਲੇ ਕੋਠੀ 'ਚ ਗਏ ਭਰਾ ਦਾ ਪਤਾ ਕਰਨ, ਉਹਨਾਂ ਆਖਿਆ ਜੀ ਉਹ ਤੇ ਬਾਹਰ ਟੁਰ ਗਿਆ, ਉਹਦਾ ਤੇ ਵੀਜ਼ਾ ਨਿਕਲ ਆਇਆ। ਉਹਨਾਂ ਆਖਿਆ ਉਹ ਆਪਣੇ ਘਰ ਵੀ ਨਹੀਂ ਆਇਆ, ਆ ਕੇ ਸਾਨੂੰ ਦੱਸਿਆ ਵੀ ਕੋਈ ਨਹੀਂ ਸੀ, ਇਹ ਕਿਹੜੀ ਗੱਲ ਹੈ? ਉਹ ਜਨਾਬ ਬਾਅਦ ਫੋਨ ਤੇ ਫੋਨ ਮਾਰਨ, ਲੇਕਿਨ ਉਹ ਫੋਨ ਹੀ ਕੋਈ ਨਾ ਚੁੱਕੇ। ਬੜਾ ਹੀ ਅਰਸਾ ਗੁਜ਼ਰ ਗਿਆ, 7-8 ਸਾਲ ਗੁਜ਼ਰ ਗਏ। ਭਰਾ ਜਿਹੜਾ ਸਬਜ਼ੀ ਵੇਚਦਾ ਉਹ ਵਿਚਾਰਾ ਜਿਹੜਾ ਕਰਜ਼ਾ ਲਾਉਣ ਤੇ ਲੱਗਾ ਰਿਹਾ, ਇਤਨਾ ਉਹ ਦੁੱਖ ਉਹਨੇ ਤੱਕਿਆ, ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਕਰਜ਼ਾ ਕਿਸ ਤਰ੍ਹਾਂ ਨਾਲ, ਲੋਕ ਬੂਹਾ ਆ ਕੇ ਪਟਾਕਦੇ ਸੀ। ਲੇਕਿਨ ਹਰ ਭਰਾ ਤੇ ਉੱਥੇ ਬਾਹਰ ਟੁਰ ਗਿਆ। ਬੜੇ ਉਹਨੇ ਮੈਸੇਜ ਕਰਵਾਏ, ਲੇਕਿਨ ਬੜੀ ਉਹਨੇ ਗੱਲ ਕੀਤੀ ਕਿ ਚਲੋ ਕਿਸੇ ਤਰੀਕੇ ਨਾਲ ਮੇਰੇ ਭਰਾ ਤੱਕ ਇਤਲਾਹ ਪਹੁੰਚੇ ਕਿ ਅਸੀਂ ਬੜੇ ਮਜਬੂਰ ਹਾਂ, ਅੰਮਾ ਜੀ ਇਤਨੇ ਬਿਮਾਰ ਰਹਿੰਦੇ ਨੇ, ਉਹਨਾਂ ਦੀ ਦਵਾਈ ਦਾ ਵੀ ਮਸਲਾ ਹੁੰਦਾ, ਲੇਕਿਨ ਮਜਾਲ ਹੈ ਕਿ ਉਹਦੇ ਤੱਕ ਕੋਈ ਗੱਲ ਪਹੁੰਚੀ ਹੋਵੇ। ਖੈਰ ਕਹਿੰਦਾ 7-8 ਸਾਲਾਂ ਬਾਅਦ ਸਾਨੂੰ ਪਤਾ ਲੱਗਾ, ਜਿਸ ਵੇਲੇ ਸਾਡਾ ਭਰਾ ਪਾਕਿਸਤਾਨ ਆਇਆ, ਆ ਕੇ ਰੋਣ ਲੱਗ ਪਿਆ। ਉਹਨੇ ਕਿਹਾ ਪਾ ਤੈਨੂੰ
ਤੈਨੂੰ ਕੀ ਦੱਸਾਂ, ਮੈਂ ਇੱਥੋਂ ਜਿਸ ਵੇਲੇ ਗਿਆ ਉਹਨਾਂ ਨੇ ਨਾ ਮੈਨੂੰ ਫੋਨ ਇਸਤੇਮਾਲ ਕਰਨ ਦਿੱਤਾ, ਨਾ ਮੈਨੂੰ ਉਹਨਾਂ ਘਰ ਗੱਲ ਕਰਨ ਦੇ। ਉਹਨੇ ਕਿਹਾ ਜੇ ਤੂੰ ਬਾਹਰ ਆ ਗਏ ਜਿਸ ਤਰ੍ਹਾਂ ਅਸੀਂ ਆਖਣਾ ਤੂੰ ਉਸ ਤਰ੍ਹਾਂ ਕਰਨਾ। ਕਹਿੰਦਾ ਇੱਕ ਪਿੰਡ 'ਚ ਰਹਿੰਦੇ ਸੀ, ਉੱਥੇ ਉਹਨਾਂ ਇੱਕ ਕਾਰੋਬਾਰ ਬਣਾਇਆ ਸੀ, ਇੱਕ ਗੋਦਾਮ ਜਿਹਾ, ਮੈਂ ਉਹਦੇ 'ਚ ਹੀ ਕੰਮ ਕਰਦਾ ਰਿਹਾ ਲਗਾਤਾਰ 7 ਸਾਲ ਜਿਹੜਾ ਉੱਥੇ ਕੰਮ ਕੀਤਾ, ਕੋਈ ਤਨਖਾਹ ਨਹੀਂ ਲਈ, ਕੋਈ ਮੈਨੂੰ ਪਤਾ ਨਹੀਂ ਕਿ ਉੱਥੇ ਕੀ ਹੋ ਰਿਹਾ। ਲੇਕਿਨ ਕਹਿੰਦਾ ਭਾ ਆਖਰ ਤੇ ਆ ਕੇ ਮੈਂ ਉੱਥੋਂ ਨੱਸ ਗਿਆ ਸਾਂ, ਉੱਥੋਂ ਨੱਸ ਕੇ ਜਾ ਕੇ ਦੂਸਰੇ ਮੁਲਕ ਜਾ ਕੇ ਉੱਥੇ ਮੈਂ ਪੇਪਰ ਬਣਵਾਏ ਨੇ, ਫਿਰ ਜਾ ਕੇ ਹੁਣ ਮੈਂ ਇੱਥੇ ਵਾਪਸ ਪਾਕਿਸਤਾਨ ਆਇਆ ਤੇ ਇਸ ਵਜ੍ਹਾ ਮੈਨੂੰ ਇਹ ਮਜਬੂਰੀ ਬਣ ਗਈ। ਉਹਨਾਂ ਕਿਹਾ ਅਸਾਂ ਤੇ ਸੋਚਿਆ ਕਿ ਤੂੰ ਸਾਨੂੰ ਸਾਰਿਆਂ ਨੂੰ ਭੁੱਲ ਗਏ, ਤੈਨੂੰ ਸਾਡੀ ਯਾਦ ਕੋ ਨਹੀਂ ਰਹੀ, ਇਤਨਾ ਅਸਾਂ ਕਰਜ਼ਾ ਚੁੱਕਿਆ, ਤੇਰੇ ਮਜਬੂਰੀ, ਤੇਰੀ ਅੰਮਾ ਤਾਂ ਕਿਤਨੀ ਬਿਮਾਰ। ਉਹਨੇ ਕਿਹਾ ਭਾ ਮੈਨੂੰ ਸਾਰੀਆਂ ਗੱਲਾਂ ਯਾਦ ਨੇ, ਮੈਂ ਤੁਹਾਨੂੰ ਕਿਸ ਤਰ੍ਹਾਂ ਛੱਡ ਸਕਦਾ ਸਾਂ, ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਦਿਲ ਇਤਨੇ ਪੱਥਰ ਨੇ ਕਿ ਮੇਰੇ ਨਾਲ ਇਤਨੀ ਜ਼ਿਆਦਤੀ ਕਰਨਗੇ। ਇਸ ਵਾਸਤੇ ਮੈਂ ਉਹਨੂੰ ਤਲਾਕ ਦੇ ਦਿੱਤੀ ਸੀ। ਮੈਂ ਹੁਣ ਦੂਸਰੇ ਮੁਲਕ ਹਾਂ, ਲੇਕਿਨ ਹੁਣ ਪੈਸਿਆਂ ਦੀ ਕੋਈ ਟੈਨਸ਼ਨ ਨਹੀਂ, ਇਨਸ਼ਾਅੱਲਾ ਮੇਰੇ ਕੋਲ ਉੱਥੇ ਕੰਮ ਵੀ ਹੈ, ਮੈਂ ਬੜਾ ਸੋਹਣਾ ਸੈੱਟ ਹੋ ਗਿਆ ਤੇ ਮੈਂ ਤੁਹਾਨੂੰ ਪੈਸੇ ਹੁਣ ਨਾਲ ਦੇ ਨਾਲ ਟੋਰਦਾ ਰਵਾਂਗਾ। ਭਰਾ ਚਲੋ ਖੁਸ਼ ਹੋ ਗਿਆ, ਘਰ ਆ ਕੇ ਮਿਲ ਗਿਲ ਗਏ। ਫਿਰ ਉਸ ਤੋਂ ਬਾਅਦ ਸੇ ਬਾਹਰ ਗਿਆ, ਜਾ ਕੇ ਉਹਨੇ ਫਿਰ ਰੱਜ ਕੇ ਪੈਸੇ ਟੋਰੇ ਨੇ, ਪੈਸੇ ਟੋਰ ਕੇ ਘਰਦਿਆਂ ਨੂੰ ਪੂਰਾ ਖੁਸ਼ ਕੀਤਾ ਕਿ ਵਾਕਈ ਮੈਂ ਬਾਹਰ ਆਏ ਹਾਂ। ਜ਼ਹਿਰੀ ਗੱਲ ਹੈ ਜਿਸ ਵੇਲੇ ਉੱਥੇ ਉਹਨਾਂ ਕੁੜੀ ਵਾਲੇ ਕੋਸ਼ਿਸ਼ ਇਹੀ ਕੀਤੀ ਕਿ ਇਹਨੂੰ ਦਬਾ ਕੇ ਰੱਖੀਏ, ਹੁਣ ਜੇ ਬਾਹਰ ਆ ਗਿਆ ਹੈ ਫਿਰ ਉਹ ਨਸ ਗਿਆ, ਤੂੰ ਉਹਨੂੰ ਕੋਈ ਬੰਦਾ ਲੱਭ ਗਿਆ ਤਲਕ ਵਾਲਾ ਤੇ ਉਹਦੇ ਵਾਸਤੇ ਤੇ ਬਿਹਤਰੀ ਹੋ ਗਈ। ਲੇਕਿਨ ਹਰ ਬੰਦੇ ਨਾਲ ਬਿਹਤਰੀ ਨਹੀਂ ਹੁੰਦੀ। ਇਸ ਵਾਸਤੇ ਆਪਣੇ ਘਰ ਦਾ ਖਿਆਲ ਲਾਜ਼ਮੀ ਰੱਖਣਾ ਚਾਹੀਦਾ ਹੈ। ਤੁਹਾਡੇ ਘਰ ਦੇ ਜਿਹੜੇ ਬਹੁਤ ਆਮ ਮੈਂਬਰ ਹੁੰਦੇ ਨੇ ਤੁਹਾਡੇ ਘਰ ਦੇ, ਉਹਨਾਂ ਨੂੰ ਤੁਹਾਡੀ ਬੜੀ ਸਖਤ ਜ਼ਰੂਰਤ ਹੁੰਦੀ ਹੈ। ਕੋਸ਼ਿਸ਼ ਕਰਿਆ ਕਰੋ ਉਹਨਾਂ ਨਾਲ ਅਟੈਚ ਰਵਿਆ ਕਰੋ, ਜੇ ਬਾਹਰ ਜਾਂਦੇ ਹੋ ਤੇ ਉਹਨਾਂ ਨੂੰ ਰਾਬਤਾ ਰੱਖਿਆ ਕਰੋ ਤਾਂ ਕਿ ਉਹਨਾਂ ਦਾ ਦਿਲ ਤੁਹਾਡੇ ਤੋਂ ਦੁਖੀ ਨਾ ਹੋਵੇ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤੇ ਪਲੀਜ਼ ਯਾਰ ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ। ਅੱਲਾ ਹਾਫਿਜ਼।